ਸਰੀ ਪੁਲਿਸ ਸਰਵਿਸਿਜ਼ ਨੇ ਆਪਣੇ ਕਾਰਜਕਾਰੀ ਅਤੇ ਸੀਨੀਅਰ ਆਫੀਸਰਸ ਦੀ ਨਿਯੁਕਤੀ ਦਾ ਮੁੱਢਲਾ ਕਾਰਜ ਪੂਰਾ ਕਰ ਲਿਆ। ਸਰੀ ਪੁਲਿਸ ਸਰਵਿਸ ਦੇ ਮੁਖੀ ਨੋਰਮ ਲਿਪਿੰਸਕੀ ਨੇ ਸਰੀ ਪੁਲਿਸ ਬੋਰਡ ਨੂੰ ਭੇਜੀ ਇੱਕ ਰਿਪੋਰਟ ਰਾਹੀਂ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰੀ ਪੁਲਿਸ ਵਿੱਚ ਨਿਯੁਕਤ ਕੀਤੇ ਗਏ 18 ਕਾਰਜਕਾਰੀ ਅਤੇ ਸੀਨੀਅਰ ਆਫੀਸਰਸ ਵਿੱਚੋਂ 4 ਔਰਤਾਂ, 3 ਸਵਦੇਸ਼ੀ, 2 ਦੱਖਣੀ ਏਸ਼ੀਆਈ ਅਤੇ ਇੱਕ ਜਾਪਾਨੀ ਅਤੇ ਇਰਾਨੀ ਬਲਜੀਅਨ ਸ਼ਾਮਲ ਹਨ। ਨਿਯੁਕਤ ਕੀਤੇ ਗਏ ਇਨ੍ਹਾਂ ਆਫੀਸਰਸ ਵਿੱਚ ਅੰਗਰੇਜ਼ੀ, ਫ੍ਰੈਂਚ, ਪੰਜਾਬੀ, ਯੂਕਰੇਨੀਅਨ, ਸਪੈਨਿਸ਼ ਅਤੇ ਫਾਰਸੀ ਬੋਲਣ ਵਾਲੇ ਸ਼ਾਮਲ ਹਨ। ਇਨ੍ਹਾਂ 18 ਆਫੀਸਰਸ ਦੇ ਵਿੱਚੋਂ 8 ਮਿਊਨਿਸਪਲ ਪੁਲਿਸ ਵਿਭਾਗਾਂ ਤੋਂ ਆਏ ਹਨ ਅਤੇ 10 RCMP ਤੋਂ ਆਏ ਹਨ। ਇਨ੍ਹਾਂ ਨੂੰ ਪੁਲਿਸ ਦੇ ਸੁਚੱਜੇ ਕਾਰਜ ਪ੍ਰਬੰਧ ਦਾ ਵਿਸ਼ਾਲ ਗਿਆਨ ਅਤੇ ਤਜਰਬਾ ਹਾਸਿਲ ਹੈ। ਵੈਨਕੂਵਰ ਵਿੱਚ ਇੱਕ 15 ਸਾਲਾ ਲੜਕੇ ਦੀ ਮੌਤ ਹੋ ਗਈ ਹੈ। ਵੈਸਟ ਸਾਈਡ ਪਾਰਕ ਵਿੱਚ 2 ਗਰੁੱਪਸ ਵਿਚਾਲੇ ਹੋਏ ਝਗੜੇ ਦੇ ਦੌਰਾਨ ਇਸ ਲੜਕੇ ਨੇ ਜਾਨ ਗਵਾ ਦਿੱਤੀ। ਵੈਨਕੂਵਰ ਪੁਲਿਸ ਦਾ ਕਹਿਣਾ ਹੈ ਕਿ ਟੀਨੇਜਰ ਤੇ ਚਾਕੂ ਨਾਲ ਹਮਲਾ ਹੋਇਆ ਸੀ। ਘਟਨਾ ਸ਼ਨੀਵਾਰ ਨੂੰ ਵਾਪਰੀ ਦੱਸੀ ਗਈ ਹੈ। ਸਾਰਜੈਂਟ ਸਟੀਵ ਐਡੀਸਨ ਦਾ ਕਹਿਣਾ ਹੈ ਕਿ ਛਾਤੀ ਵਿੱਚ ਜ਼ਖਮਾਂ ਲਈ ਲੜਕੇ ਦੀ ਸਰਜਰੀ ਹੋਈ ਸੀ, ਪਰ ਐਤਵਾਰ ਨੂੰ ਉਸਨੇ ਦਮ ਤੋੜ ਦਿੱਤਾ। ਝਗੜੇ ਤੋਂ ਕੁਝ ਸਮੇਂ ਬਾਅਦ ਇੱਕ 14 ਸਾਲਾ ਟੀਨੇਜਰ ਨੂੰ ਗ੍ਰਿਫਤਾਰ ਕਰ ਲਿਆ ਗਿਆ, ਪਰ ਉਸ ਦੀ ਜਾਣਕਾਰੀ ਜਨਤਕ ਨਹੀਂ ਕੀਤੀ ਗਈ। ਐਡੀਸਨ ਦਾ ਕਹਿਣਾ ਹੈ ਕਿ ਲੜਕੇ ਤੇ ਖਤਰਨਾਕ ਕੰਮ ਲਈ ਹਥਿਆਰ ਰੱਖਣ ਦੇ ਦੋਸ਼ ਲੱਗੇ ਨੇ। ਵੈਨਕੂਵਰ ਪੁਲਿਸ ਹੋਮਿਸਾਈਡ ਯੂਨਿਟ ਦਾ ਕਹਿਣਾ ਹੈ ਕਿ ਕਿਸੇ ਕੋਲ ਘਟਨਾ ਦੀ ਜਾਣਕਾਰੀ ਹੋਵੇ ਤਾਂ ਪੁਲਿਸ ਨਾਲ ਸੰਪਰਕ ਕੀਤਾ ਜਾਵੇ। ਉਧਰ ਓਨਟਾਰੀਓ ਦੇ ਸਿੱਖਿਆ ਮੰਤਰੀ ਸਟੀਫਨ ਲੈਚੇ ਵੱਲੋਂ ਐਲਾਨ ਕੀਤਾ ਗਿਆ ਕਿ ਓਨਟਾਰੀਓ ਦੇ ਕੋਵਿਡ-19 ਚਾਈਲਡ ਬੈਨੀਫਿਟ ਤਹਿਤ ਮਾਪਿਆਂ ਨੂੰ ਸਿੱਧੀ ਮਦਦ ਹਾਸਲ ਹੋਣੀ ਸ਼ੁਰੂ ਹੋ ਜਾਵੇਗੀ। ਇਸ ਸੰਬੰਧ ਵਿੱਚ ਬਿਆਨ ਜਾਰੀ ਕਰਦਿਆਂ ਲੈਚੇ ਨੇ ਆਖਿਆ ਕਿ ਅਸੀਂ ਪਹਿਲਾਂ ਵੀ ਅਜਿਹਾ ਕਰ ਚੁੱਕੇ ਹਾਂ ਤੇ ਸਾਡੀ ਸਰਕਾਰ ਮਹਾਮਾਰੀ ਕਾਰਨ ਪਰਿਵਾਰਾਂ ਨੂੰ ਜਿਹੜਾ ਵਾਧੂ ਆਰਥਿਕ ਬੋਝ ਝੱਲਣਾ ਪੈ ਰਿਹਾ ਉਸ ਨੂੰ ਘੱਟ ਕਰਨ ਲਈ ਪਰਿਵਾਰਾਂ ਨੂੰ ਸਿੱਧੀ ਰਾਹਤ ਮੁਹੱਈਆ ਕਰਵਾਵੇਗੀ। ਉਹਨਾਂ ਆਖਿਆ ਕਿ ਇਹ ਐਲਾਨ ਕਰਦਿਆਂ ਖੁਸ਼ੀ ਹੋ ਰਹੀ ਹੈ ਕਿ ਓਨਟਾਰੀਓ ਕੋਵਿਡ-19 ਚਾਈਲਡ ਬੈਨੀਫਿਟ ਸਵੇਰ ਤੋਂ 26 ਅਪ੍ਰੈਲ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਸ ਤਹਿਤ 0 ਤੋਂ 12ਵੀਂ ਤੱਕ ਦੇ 21 ਸਾਲਾਂ ਤੱਕ ਦੇ ਬੱਚਿਆਂ ਦੇ ਕੰਮਕਾਜੀ ਮਾਪਿਆਂ ਦੇ ਨਾਲ ਸਪੈਸ਼ਲ ਲੋੜਾਂ ਵਾਲੇ ਨੌਜਵਾਨਾਂ ਦੇ ਮਾਪਿਆਂ ਨੂੰ ਮਹਾਮਾਰੀ ਦੌਰਾਨ ਸਿੱਧੀ ਵਿੱਤੀ ਮਦਦ ਮੁਹੱਈਆ ਕਰਵਾਈ ਜਾਵੇਗੀ। ਰਾਜਾ ਨੇ ਆਖਿਆ ਕਿ ਕੋਵਿਡ-19 ਨੇ ਪ੍ਰੋਵਿੰਸ ਭਰ ਦੇ ਮਾਪਿਆਂ, ਕੇਅਰ ਗਿਵਰਸ ਦੀਆਂ ਜੇਬਾਂ ਉੱਤੇ ਬਹੁਤ ਬੋਝ ਪਾਇਆ ਤੇ ਅਸੀਂ ਇਸ ਚੁਣੌਤੀ ਭਰੇ ਸਮੇਂ ਵਿੱਚ ਇਹਨਾਂ ਸਭ ਦੀ ਮਦਦ ਲਈ ਵਚਨਬੱਧ ਹਾਂ। ਉਹਨਾਂ ਆਖਿਆ ਕਿ ਜਿਹੜੇ ਪਰਿਵਾਰ ਵਿਅਕਤੀ ਵਿਸ਼ੇਸ਼ ਲਰਨਰਸ ਪੇਮੈਂਟਸ ਦੇ ਲਈ ਪਹਿਲਾਂ ਮਦਦ ਹਾਸਲ ਕਰ ਚੁੱਕੇ ਹਨ, ਉਹਨਾਂ ਨੂੰ ਮੁੜ ਅਪਲਾਈ ਕਰਨ ਦੀ ਲੋੜ ਨਹੀਂ ਹੈ। ਉਹਨਾਂ ਨੂੰ ਆਟੋਮੈਟਿਕਲੀ ਇਹ ਪੇਮੈਂਟ ਹਾਸਲ ਹੋ ਜਾਵੇਗੀ। ਉਹਨਾਂ ਇਹ ਆਖਿਆ ਕਿ 2021 ਵਿੱਚ ਅਸੀਂ ਚਾਈਲਡ ਕੇਅਰ ਐਕਸੈਸ ਐਂਡ ਰਿਲੀਫ ਫਾਰਮ ਐਕਸਪੀਰੀਅੰਸ ਟੈਕਸ ਕ੍ਰੈਡਿਟ ਵਿੱਚ 20% ਵਾਧਾ ਕਰਨ ਦੀ ਪੇਸ਼ਕਸ਼ ਵੀ ਕਰ ਰਹੇ ਹਾਂ। ਇਸ ਨਾਲ ਮਦਦ ਵਿੱਚ $1,250 ਤੋਂ $1,500 ਤੱਕ ਵਾਧਾ ਹੋਵੇਗਾ ਤੇ ਇਸ ਨਾਲ 3 ਲੱਖ ਪਰਿਵਾਰਾਂ ਤੋਂ ਵੀ ਵੱਧ ਨੂੰ ਚਾਈਲਡ ਕੇਅਰ ਖਰਚਿਆਂ ਦੇ ਰੂਪ ਵਿੱਚ $75 ਮਿਲੀਅਨ ਦੀ ਮਦਦ ਮਿਲੇਗੀ। ਤੇ ਇੱਕ 13 ਸਾਲਾ ਬ੍ਰੈਂਪਟਨ ਲੜਕੀ ਜਿਸਨੇ ਕੋਵਿਡ-19 ਦਾ ਸੰਕਰਮਣ ਕੀਤਾ ਸੀ ਦੀ ਪਿਛਲੇ ਹਫ਼ਤੇ ਮੌਤ ਹੋ ਗਈ, ਜੋ ਓਨਟਾਰੀਓ ਵਿੱਚ ਵਾਇਰਸ ਨਾਲ ਸਭ ਤੋਂ ਛੋਟੀ ਉਮਰ ਦਾ ਸ਼ਿਕਾਰ ਹੋਈ ਲੜਕੀ ਬਣੀ। ਮੇਅਰ ਪੈਟਰਿਕ ਬਰਾਊਨ ਨੇ ਟਵੀਟ ਕਰਕੇ ਐਮਿਲੀ ਵਿਕਟੋਰੀਆ ਵਿਗਸ ਦੇ ਪਰਿਵਾਰ ਦੇ ਨਾਲ ਸੋਗ ਪ੍ਰਗਟ ਕੀਤਾ। ਇਹ ਦਿਲ ਦਹਿਲਾਉਣ ਤੋਂ ਵੀ ਪਰੇ ਦੀ ਘਟਨਾ ਹੈ। ਉਹਨਾਂ ਕਿਹਾ ਕਿ ਅਸੀਂ ਕੋਵਿਡ-19 ਅਤੇ ਰੂਪਾਂ ਦੀ ਗੰਭੀਰਤਾ ਨੂੰ ਕਦੇ ਸਮਝ ਨਹੀਂ ਸਕਦੇ। ਮੇਅਰ ਨੇ ਆਖਿਆ ਕਿ ਲੜਕੀ ਦਾ ਪਿਤਾ ਇੱਕ ਗੋਦਾਮ ਵਿੱਚ ਐਸੈਂਸ਼ੀਅਲ ਵਰਕਰ ਸੀ। ਵਿਲੀਅਮ ਓਜ਼ਲਰ ਸਿਹਤ ਪ੍ਰਣਾਲੀ ਵਿੱਚ ਸਿਹਤ ਦੇਖਭਾਲ ਕਰਨ ਵਾਲੇ ਕਰਮਚਾਰੀਆਂ ਨੇ ਸੋਮਵਾਰ ਦੁਪਹਿਰ ਨੂੰ ਇੱਕ ਨਿਊਜ਼ ਕਾਨਫਰੰਸ ਕੀਤੀ, ਜਿਸ ਵਿੱਚ ਕਿਹਾ ਗਿਆ ਕਿ ਵਿਗਸ ਨੇ ਉਸੇ ਦਿਨ ਹੀ ਮੌਤ ਹੋ ਗਈ ਸੀ ਜਿਸ ਨੂੰ ਵੀਰਵਾਰ ਨੂੰ ਬ੍ਰੈਂਪਟਨ ਸਿਵਿਕ ਹਸਪੀਟਲ ਵਿੱਚ ਦਾਖਲ ਕਰਵਾਇਆ ਗਿਆ ਸੀ। ਐਮਰਜੈਂਸੀ ਸੇਵਾਵਾਂ ਦੇ ਮੁਖੀ ਅਤੇ ਇੱਕ ਐਮਰਜੈਂਸੀ ਅਤੇ ਗੰਭੀਰ ਦੇਖਭਾਲ ਕਰਨ ਵਾਲੇ ਡਾਕਟਰ ਐਂਡਰੂ ਹੈਲੀ ਨੇ ਆਖਿਆ ਕਿ ਅਸੀਂ ਉਸਦੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹਾਂ ਅਤੇ ਇਹ ਨੁਕਸਾਨ ਦੁਖਦਾਈ ਹੈ। ਸਾਡੀ ਟੀਮ ਇਸ ਤੋਂ ਬਹੁਤ ਪ੍ਰਭਾਵਿਤ ਹੈ। ਉਧਰ ਹੈਲਥ ਕੈਨੇਡਾ ਦਾ ਕਹਿਣਾ ਹੈ ਕਿ ਐਸਟਰਾਜੈਨੇਕਾ ਕੋਵਿਡ-19 ਵੈਕਸੀਨ ਦੀਆਂ ਐਮਰਜੈਂਟ ਬਾਇਓਸੋਲਿਊਸ਼ਨਸ ਬਾਲਟੀਮੋਰ ਫੈਸਿਲਿਟੀ ਤੋਂ ਹਾਸਲ ਕੀਤੀਆਂ ਗਈਆਂ 1.5 ਮਿਲੀਅਨ ਡੋਜ਼ਸ ਸੇਫ ਹਨ ਅਤੇ ਮਿਆਰ ਉੱਤੇ ਖਰੀਆਂ ਉਤਰਦੀਆਂ ਹਨ। ਤਾਂ ਦੱਸ ਦਈਏ ਕਿ US ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਐਸਟਰਾਜੈਨੇਕਾ ਦੇ ਇਸ ਫੈਸਿਲਿਟੀ ਦੀ ਵਰਤੋਂ ਉੱਤੇ ਰੋਕ ਲਗਾ ਦਿੱਤੀ ਸੀ। ਇਸ ਦੇ ਨਾਲ ਹੀ ਇਸ ਪਲਾਂਟ ਉੱਤੇ ਜੌਨਸਨ ਐਂਡ ਜੌਨਸਨ ਵੈਕਸੀਨ ਦਾ ਉਤਪਾਦਨ ਵੀ ਰੋਕ ਦਿੱਤਾ ਗਿਆ ਸੀ। ਪਿਛਲੇ ਮਹੀਨੇ ਐਡਮਿਨਿਸਟ੍ਰੇਸ਼ਨ ਵੱਲੋਂ ਕਿਸੇ ਗੜਬੜ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਗਈ ਸੀ, ਜਿਸ ਕਾਰਨ ਜੌਨਸਨ ਐਂਡ ਜੌਨਸਨ ਵੈਕਸੀਨ ਦੀਆਂ ਕਈ ਡੋਜ਼ਸ ਖਰਾਬ ਹੋ ਗਈਆਂ। ਹਾਲਾਂਕਿ ਹੈਲਥ ਕੈਨੇਡਾ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਦੇਸ਼ ਵਿੱਚ ਆਉਣ ਵਾਲੀਆਂ ਸਾਰੀਆਂ ਵੈਕਸੀਨਸ ਦੇ ਟੈਸਟ ਦੇ ਨਤੀਜਿਆਂ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ ਤੇ ਅਜੇ ਤੱਕ ਇਹਨਾਂ ਸਭ ਨੂੰ ਸੇਫ ਪਾਇਆ ਗਿਆ। ਜੌਨਸਨ ਐਂਡ ਜੌਨਸਨ ਡੋਜ਼ਸ ਜਿਹੜੀਆਂ ਬਾਲਟੀਮੋਰ ਸਾਈਟ ਉੱਤੇ ਤਿਆਰ ਹੋਈਆਂ ਅਜੇ ਤੱਕ ਦੇਸ਼ ਵਿੱਚ ਦਾਖਲ ਨਹੀਂ ਹੋਈਆਂ। ਰੈਗੂਲੇਟਰ ਦਾ ਕਹਿਣਾ ਹੈ ਕਿ ਕੰਪਨੀ ਵੱਲੋਂ ਜਿਹੜੀ ਵੈਕਸੀਨ ਅਗਲੇ ਹਫ਼ਤੇ ਇੰਪੋਰਟ ਕੀਤੀ ਜਾਣੀ ਹੈ ਉਹ ਵੀ ਇਸ ਫੈਸਿਲਿਟੀ ਉੱਤੇ ਤਿਆਰ ਨਹੀਂ ਹੋਈ। ਉਧਰ ਅਮਰੀਕਾ ਦੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਸੋਮਵਾਰ ਨੂੰ ਸੰਯੁਕਤ ਰਾਸ਼ਟਰ ਦੇ ਮੈਂਬਰਾਂ ਨੂੰ ਦੱਸਿਆ ਕਿ ਹੁਣ ਸਮਾਂ ਆ ਗਿਆ ਕਿ ਗਲੋਬਲ ਨੇਤਾ ਇਸ ਬਾਰੇ ਗੰਭੀਰਤਾ ਨਾਲ ਕੰਮ ਕਰਨਾ ਸ਼ੁਰੂ ਕਰਨ ਕਿ ਉਹ ਅਗਲੀ ਗਲੋਬਲ ਮਹਾਮਾਰੀ ਦਾ ਕੀ ਜਵਾਬ ਦੇਣਗੇ। ਵਰਚੁਅਲ ਐਡਰੈਸ ਵਿੱਚ ਕਿਹਾ ਕਿ ਵਿਸ਼ਵ ਦੇ ਬਹੁਤ ਦੇਸ਼ ਟੀਕੇ ਪ੍ਰਾਪਤ ਕਰਨ ਲਈ ਸੰਘਰਸ਼ ਕਰ ਰਹੇ ਹਨ। ਹੈਰਿਸ ਨੇ ਕਿਹਾ ਕਿ ਉਸ ਸਮੇਂ ਜਦੋਂ ਵਿਸ਼ਵ ਇਸ ਮਹਾਮਾਰੀ ਨੂੰ ਪਾਰ ਕਰਨ ਲਈ ਕੰਮ ਕਰ ਰਿਹਾ ਹੈ, ਸਾਨੂੰ ਇਹ ਵੀ ਪਤਾ ਹੈ ਕਿ ਸਾਨੂੰ ਅਗਲੇ ਲਈ ਤਿਆਰੀ ਕਰਨੀ ਚਾਹੀਦੀ ਹੈ। ਭਾਸ਼ਣ ਦੀ ਸਹਿ ਮੇਜ਼ਬਾਨੀ ਅਮਰੀਕਾ ਦੇ ਅਰਜਨਟੀਨਾ, ਜਾਪਾਨ, ਨਾਰਵੇ ਅਤੇ ਦੱਖਣੀ ਅਫਰੀਕਾ ਦੇ
ਸਥਾਈ ਨੁਮਾਇੰਦਿਆਂ ਨੇ ਕੀਤੀ। ਬਾਈਡਨ ਪ੍ਰਸ਼ਾਸਨ ਇਸ ਹਫ਼ਤੇ ਦਫ਼ਤਰ ਵਿੱਚ ਆਪਣੇ 100 ਦਿਨ ਮਨਾਏਗਾ। ਰਾਸ਼ਟਰਪਤੀ ਜੋ ਬਾਈਡਨ ਬੁੱਧਵਾਰ ਨੂੰ ਕਾਂਗਰਸ ਨੂੰ ਸੰਬੋਧਨ ਕਰਨ ਵਾਲੇ ਹਨ। ਹੈਰਿਸ ਦੀਆਂ ਟਿੱਪਣੀਆਂ ਵਿਆਪਕ ਰੂਪ ਵਿੱਚ ਦੱਸਦੀਆਂ ਹਨ ਕਿ ਪ੍ਰਸ਼ਾਸਨ ਕਿਵੇਂ ਸੋਚਦਾ ਹੈ ਕਿ ਸੰਯੁਕਤ ਰਾਜ ਅਤੇ ਹੋਰ ਦੇਸ਼ਾਂ ਨੂੰ ਉਹਨਾਂ ਦੇ ਧਿਆਨ ਕੇਂਦਰਿਤ ਕਰਨ ਬਾਰੇ ਵਿਚਾਰ ਕਰਨਾ ਚਾਹੀਦਾ ਹੈ। ਇਹਨਾਂ ਕਦਮਾਂ ਵਿੱਚ ਸਿਹਤ ਪ੍ਰਣਾਲੀਆਂ ਦੀ ਪਹੁੰਚ ਵਿੱਚ ਸੁਧਾਰ, ਵਿਗਿਆਨ ਵਿੱਚ ਨਿਵੇਸ਼, ਕਰਮਚਾਰੀਆਂ ਦੀ ਸਿਹਤ ਅਤੇ ਔਰਤਾਂ ਦੀ ਭਲਾਈ ਅਤੇ ਨਿੱਜੀ ਸੁਰੱਖਿਆ ਉਪਕਰਨ ਅਤੇ ਟੀਕੇ ਅਤੇ ਟੈਸਟ ਦੇ ਨਿਰਮਾਣ ਦੀ ਵੱਧ ਰਹੀ ਸਮਰੱਥਾ ਸ਼ਾਮਲ ਹੈ। President Joe Biden and I firmly believe that what we do now will determine our collective future. And that is certainly true in regards to the pandemic preparedness and response. The United Nations and the international community have rallied together in response to the COVID-19 pandemic. And I am proud that on the first day of our administration, the United States re-engaged with the World Health Organization. In fact, I spoke with Director General just the day after that, my very first call to an international leader. And since then, we have invested billions and just received an additional $11 billion in support of the global response to the pandemic. We will continue to champion COVAX and to do our part to support equitable access worldwide. At the same time that the world works to get through this pandemic, we also know that we must prepare for the next. We must be ready, resilient, and responsive. First, we must get ready. Every country must have a strong health system that everyone can access, and a workforce that can detect and stop unexpected threats. To accomplish this, we need to establish a new and sustainable mechanism to finance health security. And that means providing concrete incentives. It means innovative approaches. It means defining real oversight and accountability structures. And it also means establishing a set of triggers so that we can quickly sound the alarm when a health emergency strikes and not lose precious time. Second, we must build resilience. Our communities need to be strong enough to lead and innovate during a health crisis.